So welcome back students, continuing with our presentation. We will now discuss as a teacher what you should do for an effective classroom management. ਅਧਿਆਪਕ ਹੋਣ ਦੇ ਨਾਤੇ ਤੁਹਾਨੂੰ ਕੀ ਕਰਨਾ ਚਾਹੀਦਾ ਤਾਂ ਜੋ ਜਿਹੜੀ ਸਾਡੀ ਕਲਾਸ ਦਾ ਪ੍ਰਬੰਧ ਵਧੀਆ ਤਰ੍ਹਾਂ ਚੱਲ ਸਕੇ। ਹਮੇਸ਼ਾ ਕੋਸ਼ਿਸ਼ ਕਰੋ ਕਿ ਐਜ਼ ਅ ਟੀਚਰ ਬੱਚਿਆਂ ਨੂੰ ਜੋ ਵੀ ਗਤੀਵਿਧੀ ਕਲਾਸ ਕਰਵਾਈ ਜਾਵੇ ਉਹ ਅਰਥਪੂਰਵਕ ਹੋਵੇ ਤੇ ਬੱਚਿਆਂ ਨੂੰ ਪਤਾ ਹੋਵੇ ਵੀ ਅਸੀਂ ਕਿਉਂ ਕਰ ਰਹੇ ਹਾਂ। ਹੈਵ ਕੌਨਫੀਡੈਂਸ ਦੈਟ ਗਿਵਨ ਅ ਫੇਅਰ ਚਾਂਸ ਯੂ ਬ੍ਰਿੰਗ ਇਟ ਆਫ। ਜੇ ਤੁਹਾਨੂੰ ਮੌਕਾ ਦਿੱਤਾ ਜਾਊਗਾ ਤੁਸੀਂ ਉਸ ਨੂੰ ਵਧੀਆ ਢੰਗ ਨਾਲ ਕਰੋਗੇ। ਸੋ ਇਹ ਚੀਜ਼ ਹਮੇਸ਼ਾ ਯਾਦ ਰੱਖੋ ਕਿ ਜਿਹੜਾ ਵੀ ਤੁਹਾਡੀ ਐਕਟੀਵਿਟੀ ਹੈ ਕਲਾਸ ਵਿੱਚ ਜੇ ਉਹ ਮੀਨਿੰਗਫੁਲ ਹੋਊਗੀ, ਉਹਦਾ ਕੋਈ ਫਾਇਦਾ ਹੋਏਗਾ ਤਾਂ ਬੱਚੇ ਉਸ ਵਿੱਚ ਐਕਟਿਵਲੀ ਰੋਲ ਪਲੇ ਕਰਨਗੇ। ਬੀ ਅਵੇਅਰ ਆਫ ਯੂਰ ਐਟੀਟਿਊਡਸ। ਆਪਣੇ ਐਟੀਟਿਊਡ ਦਾ ਵੀ ਧਿਆਨ ਰੱਖੋ। ਜੇ ਕਲਾਸ ਵਿੱਚ ਤੁਸੀਂ ਉਹ ਘਬਰਾਏ ਹੋਏ ਜਾ ਰਹੇ ਹੋ, ਤੁਹਾਡੀ ਕਦੇ ਪੈਨ ਗਿਰ ਜਾਂਦਾ, ਕਦੇ ਰਜਿਸਟਰ ਗਿਰ ਜਾਂਦਾ, ਆਵਾਜ਼ ਨਹੀਂ ਤੁਹਾਡੀ ਨਿਕਲ ਰਹੀ, ਤੁਸੀਂ ਬਹੁਤ ਹੌਲੀ ਹੌਲੀ ਬੋਲ ਰਹੇ ਹੋ ਜਾਂ ਬਹੁਤ ਜ਼ਿਆਦਾ ਲਿਥਾਰਜਿਕ ਹੋ ਕੇ ਪੜ੍ਹਾ ਰਹੇ ਹੋ, ਕੋਈ ਉਦੇਸ਼ ਹੀ ਨਹੀਂ ਪਤਾ ਕਿ ਮੈਂ ਇਹ ਟੌਪਿਕ ਕਰਾ ਕਿਉਂ ਰਹੀ ਹਾਂ, ਦੈਨ ਓਬਵੀਅਸਲੀ ਕਨਫਿਊਜ਼ਨ ਕ੍ਰੀਏਟ ਕਰੇਗਾ ਕਲਾਸ ਵਿੱਚ ਐਂਡ ਉਹ ਕਨਫਿਊਜ਼ਨ ਫਿਰ ਕਲਾਸ ਮੈਨੇਜਮੈਂਟ ਨੂੰ ਇਫੈਕਟ ਕਰੇਗਾ। ਤੁਸੀਂ ਹਮੇਸ਼ਾ ਕੁਐਸਚਨ ਪੁੱਛਣਾ ਹੈ ਆਪਣੇ ਆਪ ਨੂੰ ਕਿ ਤੁਸੀਂ ਕਮਿਊਨੀਕੇਟ ਕਰ ਰਹੇ ਹੋ ਜਦੋਂ ਤੁਹਾਨੂੰ ਪਤਾ ਹੈ ਤੁਸੀਂ ਇਹ ਗੱਲਾਂ ਕਿਉਂ ਕਹਿ ਰਹੇ ਹੋ, ਜਾਂ ਅਨਸਰਟਨਟੀ ਹੈ ਤੁਹਾਨੂੰ ਆਪ ਨੂੰ ਹੀ ਨਹੀਂ ਪਤਾ, ਆਪ ਹੀ ਤੁਸੀਂ ਫਰਸਟ੍ਰੇਟਡ ਹੋ ਜਾਂ ਉੱਪਰੋਂ ਪੜ੍ਹਾ ਰਹੇ ਹੋ। ਸੋ ਜੇ ਤੁਸੀਂ ਉੱਪਰੋਂ ਪੜ੍ਹਾਓਗੇ ਤਾਂ ਕਲਾਸ ਵਿੱਚ ਜਿਹੜਾ ਮੈਨੇਜਮੈਂਟ ਉਹ ਵਧੀਆ ਤਰ੍ਹਾਂ ਨਹੀਂ ਹੋਊਗਾ। ਵਰਕ ਟੂ ਅਵੋਇਡ ਫੋਲਿੰਗ ਇਨਟੂ ਅ ਮਕੈਨੀਕਲ ਅਪਰੋਚ ਆਫ ਟੀਚਿੰਗ। ਮਸ਼ੀਨ ਨਹੀਂ ਹੋ ਤੁਸੀਂ ਵੀ ਚਲੇ ਗਏ 9 ਵਜੇ ਪਟ ਬੋਲ ਕੇ ਆ ਗਏ। ਇਸ ਚੀਜ਼ ਨਾਲ ਫਰਕ ਹੀ ਨਹੀਂ ਪੈਂਦਾ ਕਿ ਕਲਾਸ ਦੇ ਵਿੱਚ ਬੱਚੇ ਕੀ ਕਰ ਰਹੇ ਕੀ ਨਹੀਂ ਕਰ ਰਹੇ। ਸੋ ਐਜ਼ ਅ ਟੀਚਰ ਯੂ ਸ਼ੁੱਡ ਨੋ ਦੈਟ ਕਿ ਯੂ ਆਰ ਨੋਟ ਅ ਮਸ਼ੀਨ। ਤੁਹਾਨੂੰ ਬੱਚਿਆਂ ਦੀਆਂ ਜਿਹਦੇ ਕਲਾਸ ਮੇਰੇ ਬੱਚੇ ਨੂੰ ਸਮਝ ਨਹੀਂ ਆ ਰਿਹਾ, ਜਿਵੇਂ ਹੁਣ ਸਪੋਜ਼ ਹੁਣ ਮੈਂ ਪੜ੍ਹਾ ਰਹੀ ਹਾਂ, ਮੈਂ ਨਹੀਂ ਦੇਖ ਪਾਉਂਦੀ ਵੀ ਤੁਹਾਨੂੰ ਸਮਝ ਆਉਂਦਾ ਜਾਂ ਨਹੀਂ ਆਉਂਦਾ, ਬਟ ਜੇ ਇਹੀ ਚੀਜ਼ ਆਪਾਂ ਕਲਾਸ 'ਚ ਕਰ ਰਹੇ ਹਾਂ ਤਾਂ ਤੁਹਾਡੀਆਂ ਸ਼ਕਲਾਂ ਤੋਂ ਪਤਾ ਲੱਗ ਜਾਂਦਾ ਕਿ ਵੈਦਰ ਯੂ ਆਰ ਅੰਡਰਸਟੈਂਡਿੰਗ ਔਰ ਨੋਟ। ਸੋ ਐਜ਼ ਅ ਟੀਚਰ ਉਸ ਚੀਜ਼ 'ਤੇ ਧਿਆਨ ਦਿਓ। ਮੇਕ ਅ ਸੀਰੀਅਸ ਐਫਰਟ ਟੂ ਕਮ ਟੂ ਦੀ ਗ੍ਰਿਪਸ ਵਿਦ ਦੀ ਕੁਐਸਚਨ। ਜੋ ਕੁਐਸਚਨ ਦੀ ਪ੍ਰੋਬਲਮ ਹੈ ਐਂਡ ਉਸਨੂੰ ਸਮਝੋ ਐਂਡ ਦੈਨ ਤੁਸੀਂ ਬੱਚਿਆਂ ਤੋਂ ਕੀ ਨਹੀਂ ਚਾਹੁੰਦੇ, ਵਾਟ ਇਜ਼ ਨੋਟ ਡਿਜ਼ਾਇਰੇਬਲ, ਮੇਰਾ ਬੱਚਾ ਕਲਾਸ 'ਚ ਕੀ ਨਹੀਂ ਕਰੇਗਾ ਅਤੇ ਮੈਂ ਕਿਹੜੇ ਬਿਹੇਵੀਅਰ ਨੂੰ ਟੋਲਰੇਟ ਨਹੀਂ ਕਰੂੰਗੀ, ਉਸ ਚੀਜ਼ ਦੀ ਤੁਹਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਐਂਡ ਉਹ ਕਲੈਰਿਟੀ ਤੁਸੀਂ ਬੱਚਿਆਂ ਨੂੰ ਵੀ ਟਰਾਂਸਫਰ ਕਰੋ ਸੋ ਦੈਟ ਬੱਚਿਆਂ ਨੂੰ ਪਤਾ ਹੋਵੇ ਵੀ ਇਹ ਮੈਮ ਦੀ ਕਲਾਸ ਵਿੱਚ ਅਸੀਂ ਕੀ ਕਰ ਸਕਦੇ ਹਾਂ ਅਤੇ ਕੀ ਨਹੀਂ ਕਰ ਸਕਦੇ। ਲਰਨ ਟੂ ਕੀਪ ਫਿੰਗਰਸ ਔਨ ਪਲਸ ਆਫ ਦ ਕਾਲ। ਜਦੋਂ ਕਈ ਵਾਰ ਕੀ ਹੁੰਦਾ ਕਿ ਕਲਾਸ ਟੀਚਰ ਪੜ੍ਹਾ ਰਿਹਾ, ਕੋਈ ਬੱਚਾ ਬਹੁਤ ਜ਼ਿਆਦਾ ਸ਼ਰਾਰਤ ਕਰ ਦਿੰਦਾ ਜਾਂ ਤੁਹਾਡੀ ਕਲਾਸ ਦੇ ਵਿੱਚ ਇੱਕ ਡਿਸਟਰੈਕਸ਼ਨ ਕਰਦਾ, ਉਹਨੂੰ ਇਮੀਡੀਏਟਲੀ ਰਿਐਕਟ ਕਰਕੇ ਕਈ ਵਾਰ ਆਪਾਂ ਕੰਮ ਨੂੰ ਹੋਰ ਵਿਗਾੜ ਦਿੰਦੇ ਹਾਂ। ਸੋ ਜਿਹੜੀ ਪਲਸ ਹੈ ਕਾਲ ਦੀ ਵੀ, ਜਦੋਂ ਤੁਹਾਨੂੰ ਗੱਲ ਕਰਨੀ ਹੈ ਉਸ ਟਾਈਮ ਤੁਹਾਡੇ ਪੇਸ਼ੈਂਸ ਜਾਂ ਥੋੜ੍ਹਾ ਜਿਹਾ ਧਿਆਨ ਰੱਖੋ। ਐਂਡ ਦੂਸਰੀ ਗੱਲ, ਇੱਕ ਚੀਜ਼ ਇਹ ਵੀ ਧਿਆਨ ਰੱਖੋ ਵੀ ਕਿੰਨੇ ਕੁ ਬਿਹੇਵੀਅਰ ਨੂੰ ਤੁਸੀਂ ਇਗਨੋਰ ਕਰਨਾ ਹੈ। ਕੋਸ਼ਿਸ਼ ਕਰੋ ਕਿ ਕਦੇ ਕਿਸੇ ਬਿਹੇਵੀਅਰ ਨੂੰ ਇਗਨੋਰ ਨਾ ਕਰੋ। ਕਲਾਸ ਵਿੱਚ ਛੋਟੀ ਤੋਂ ਛੋਟੀ ਗਲਤੀ ਵੀ ਜੇ ਕੋਈ ਬੱਚਾ ਕਰਦਾ ਉਸਨੂੰ ਪੁਆਇੰਟ ਆਊਟ ਕਰੋ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਉਹ ਛੋਟੀਆਂ ਗਲਤੀਆਂ ਵੱਡੀਆਂ ਬਣ ਜਾਣਗੀਆਂ ਐਂਡ ਫਿਰ ਸਾਨੂੰ ਕੰਟਰੋਲ ਕਰਨੀਆਂ ਮੁਸ਼ਕਿਲ ਹੋ ਜਾਣਗੀਆਂ। get students in tune with you before you attempt to carry on with your teaching। ਇੱਕ ਹਮੇਸ਼ਾ ਧਿਆਨ ਰੱਖੋ ਕਿ ਜਿਵੇਂ ਸਪੋਜ਼ ਜੇ ਮੈਂ ਇੱਥੇ ਖੜੀ ਹਾਂ ਤਾਂ ਮੇਰਾ ਬੱਚਾ ਵੀ ਇੱਥੇ ਹੀ ਖੜਨਾ ਚਾਹੀਦਾ। ਅਸੀਂ ਦੋਨੋਂ ਆਪਸ ਵਿੱਚ ਕੋਈ ਰੇਸ ਨਹੀਂ ਲੜ ਰਹੇ ਕਿ ਤੁਸੀਂ ਤਾਂ ਅੱਗੇ ਹੀ ਜਾਈ ਜਾ ਰਹੇ ਹੋ, ਪੜ੍ਹਾਈ ਜਾ ਰਹੇ ਹੋ, ਅਤੇ ਤੁਹਾਡੇ ਬੱਚੇ ਹਲੇ ਇੱਥੇ ਹੀ ਖੜੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਡਿਫੀਟ ਨਹੀਂ ਕਰ ਰਹੇ, ਆਪਾਂ ਕਿਸੇ ਕੰਪੀਟੀਸ਼ਨ 'ਚ ਨਹੀਂ ਆ, ਸਭ ਨੇ ਰਲ ਕੇ ਚੱਲਣਾ। ਸੋ ਇਸ ਚੀਜ਼ ਦਾ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਕਲਾਸ ਪੜ੍ਹਾ ਰਹੇ ਹੋ ਬੱਚੇ ਵੀ ਤੁਹਾਡੇ ਨਾਲ ਹੀ ਹੋਣ। ਤੁਹਾਡੀ ਸਪੀਡ, ਜਿਵੇਂ ਸਪੋਜ਼ ਜਿਵੇਂ ਮੈਥਸ ਦੀ ਐਕਸਰਸਾਈਜ਼ ਕਰਦੇ ਆ, ਇਹ ਨਹੀਂ ਹੈ ਕਿ ਟੀਚਰ 5ਵੇਂ ਕੁਐਸਚਨ 'ਤੇ ਪਹੁੰਚ ਗਿਆ, ਬੱਚੇ ਹਲੇ ਦੂਸਰਾ ਕੁਐਸਚਨ ਹੀ ਕਰ ਰਹੇ ਨੇ। ਸੋ ਉਸ ਚੀਜ਼ ਨੂੰ ਤੁਸੀਂ ਧਿਆਨ ਰੱਖੋ। ਸੋ ਕਲਾਸ ਵਿੱਚ ਲੋਡਿੰਗ ਦਾ ਪੌਜ਼ਸ ਨੂੰ, ਜਿੱਥੇ ਰੁਕਣ ਦੀ ਲੋੜ ਹੈ, ਜੋ ਕੋਈ ਦੁਬਾਰਾ ਕਿੱਥੋਂ ਸ਼ੁਰੂ ਕਰਨਾ, ਆਪਣੀ ਆਵਾਜ਼ ਨੂੰ ਉਤਰਵਾ ਚੜਵਾ, ਉਸ ਚੀਜ਼ 'ਤੇ ਧਿਆਨ ਰੱਖੋ। ਲਰਨ ਟੂ ਯੂਜ਼ ਸਾਇਲੈਂਸ ਟੂ ਐਡਵਾਂਟੇਜ। ਬਹੁਤੀ ਵਾਰ ਕਲਾਸ ਵਿੱਚ ਕੋਈ ਸ਼ਰਾਰਤ ਹੋ ਰਹੀ, ਜੇ ਆਪਾਂ ਚੁੱਪ ਹੀ ਕਰ ਜਾਂਦੇ ਨਾ, ਨਿਆਣੇ ਸਮਝ ਜਾਂਦੇ ਨੇ ਕਿ ਹੁਣ ਕੁਝ ਗੜਬੜ ਹੋ ਗਿਆ। ਸੋ ਉਸ ਚੀਜ਼ ਨੂੰ ਯੂਜ਼ ਕਰੋ। ਤੁਸੀਂ ਬੱਚੇ ਨੂੰ ਉਹਦੇ ਕੌਨਸੀਕੁਐਂਸਿਸ ਆਪਾਂ ਪਹਿਲਾਂ ਵੀ ਦੱਸਿਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਮੇਸ਼ਾ ਰਿਐਕਟ ਹੀ ਕਰਨਾ ਹੁੰਦਾ। ਬਹੁਤੀ ਵਾਰ ਤੁਸੀਂ ਮਤਲਬ ਇਹ ਨਹੀਂ ਹੁੰਦਾ ਜ਼ਰੂਰੀ ਕਿ ਗਲਤੀ ਪਹਿਲਾਂ ਮੇਰੀ ਕਲਾਸ 'ਚ ਹੋਊਗੀ ਫਿਰ ਮੈਂ ਉਸ ਗਲਤੀ 'ਤੇ ਰਿਐਕਟ ਕਰੂੰ। ਅਸੀਂ ਅੱਗੇ ਜਾ ਕੇ ਆਪਾਂ ਡਿਟੇਲਸ ਕਰਾਂਗੇ ਵੀ ਕਰੈਕਟਿਵ ਮੈਥਡਸ ਵੀ ਯੂਜ਼ ਕਰ ਸਕਦੇ ਹਾਂ, ਪ੍ਰੀਵੈਂਸ਼ਨ ਮੈਥਡਸ ਵੀ ਯੂਜ਼ ਕਰ ਸਕਦੇ ਹੁੰਦੇ ਵੀ ਸਾਡੀ ਕਲਾਸ ਮਿਸਬਿਹੇਵੀਅਰ ਹੋਵੇ ਹੀ ਨਾ। ਸੋ ਤੁਸੀਂ ਅਕੋਰਡਿੰਗਲੀ ਉਹ ਸਟ੍ਰੈਟਜੀਜ਼ 'ਤੇ ਵੀ ਕੋਸ਼ਿਸ਼ ਕਰੋ। ਜ਼ਰੂਰੀ ਨਹੀਂ ਹੈ ਕਿ ਪਹਿਲਾਂ ਆਪਾਂ ਵੇਟ ਕਰਨੀ ਹੈ ਕਿ ਕੋਈ ਮਿਸਬਿਹੇਵੀਅਰ ਹੋਏਗਾ ਤਾਂ ਹੀ ਅਸੀਂ ਕੁਝ ਕਰਾਂਗੇ, ਬਟ ਅਸੀਂ ਬਿਨਾਂ ਮਿਸਬਿਹੇਵੀਅਰ ਹੋਵੇ ਹੀ ਨਾ ਸਾਡੀ ਕਲਾਸ, ਇਸ ਚੀਜ਼ ਨੂੰ ਵੀ ਇਨਸ਼ੋਰ ਕਰ ਸਕਦੇ ਹਾਂ। ਟੈਲ ਦੀ ਕਲਾਸ ਇਨ ਕਲੀਅਰ ਟਰਮਸ ਵਾਟ ਯੂ ਆਰ ਅਪ ਟੂ। ਆਪਣੀਆਂ ਜਿਹੜੀਆਂ ਤੁਹਾਡੀਆਂ ਐਕਸਪੈਕਟੇਸ਼ਨਸ ਹੈ ਬੱਚਿਆਂ ਤੋਂ ਸਪਸ਼ਟ ਸ਼ਬਦਾਂ ਵਿੱਚ ਉਹਨਾਂ ਨੂੰ ਦੱਸੋ। ਸੋ ਮੇਕ ਅ ਡਿਟਰਮਿਨ ਐਫਰਟ ਟੂ ਕੰਪੈਕਟ ਅਨਕੰਟਰੋਲ ਚੈਟ। ਇੱਕ ਕੋਸ਼ਿਸ਼ ਕਰੋ ਕਿ ਕਲਾਸ ਦੇ ਵਿੱਚ ਜਿਹੜੀ ਬਿਨਾਂ ਮਤਲਬ ਦੀ ਉਹ ਹੁੰਦੀ ਹੈ ਨਾ ਆਪਣੀ, ਆਪਾਂ ਜਦੋਂ ਬਿਨਾਂ ਮਤਲਬ ਤੋਂ ਬੋਲਦੇ ਆ ਬੱਚੇ ਜਿਹੜੇ ਗੁੱਚ ਆਪਸ 'ਚ ਕਰਦੇ ਹੀ ਰਹਿੰਦੇ ਨੇ, ਉਸ ਚੀਜ਼ ਨੂੰ ਬੰਦ ਕਰੋ ਕਿਉਂਕਿ ਉਹ ਕਲਾਸ ਮੋਸਟਲੀ ਡਿਸਟਰੈਕਸ਼ਨ ਦਾ ਕਾਰਨ ਬਣਦੀ ਹੈ। ਐਂਡ ਡੂ ਨਾਟ ਗੈਟ ਇਨ ਟੂ ਹੈਬਿਟ ਆਫ ਡੂਇੰਗ ਕਲਾਸਰੂਮ ਮੈਨੇਜਮੈਂਟ ਔਨ ਅ ਰਨ। ਮਤਲਬ ਬਿਨਾਂ ਸੋਚੇ ਸਮਝੇ ਕਦੇ ਕਲਾਸਰੂਮ ਮੈਨੇਜਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਇੱਕ ਪਲਾਨ ਬਣਾਉਣਾ ਹੈ ਉਸ ਪਲਾਨ ਦੇ ਅਕੋਰਡਿੰਗਲੀ ਹੀ ਤੁਸੀਂ ਚੱਲਣਾ।
क्लासरूम मैनेजमेंट इज़ क्रूशियल इन क्लासरूम से बहुत ज़्यादा इंपॉर्टेंट है। क्यों? क्योंकि थोड़े करिकुलम डिवेलपमेंट ਵਿੱਚ ਥੋੜੀਆਂ ਟੀਚਿੰਗ ਪ੍ਰੈਕਟਿਸ ਦੇ ਨੂੰ ਅਤੇ ਉਹਨਾਂ ਨੂੰ ਕਾਰਜਸ਼ੀਲ ਕਰਨ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਰਕੇ ਕਲਾਸਰੂਮ ਮੈਨੇਜਮੈਂਟ ਆਪਾਂ ਜਨਰਲੀ ਉਹਨਾਂ ਐਕਸ਼ਨਸ ਜਾਂ ਉਹਨਾਂ ਨਿਰਦੇਸ਼ਾਂ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਜੋ ਅਧਿਆਪਕ ਦੁਆਰਾ ਵਰਤੇ ਜਾਂਦੇ ਨੇ ਤਾਂ ਜੋ ਇੱਕ ਪ੍ਰਭਾਵਸ਼ਾਲੀ ਸਿੱਖਣ ਇਨਵਾਇਰਮੈਂਟ ਦਾ ਨਿਰਮਾਣ ਹੋ ਸਕੇ। ਐਂਡ ਅਤੇ ਵਿਦਿਆਰਥੀਆਂ ਦੇ ਉੱਤੇ ਇਸ ਦਾ ਕੀ ਹੁੰਦਾ, ਇੱਕ ਪੋਜ਼ੀਟਿਵ ਇੰਪੈਕਟ ਹੁੰਦਾ, ਸਕਾਰਾਤਮਕ ਇੰਪੈਕਟ ਹੁੰਦਾ, ਪ੍ਰਭਾਵ ਹੁੰਦਾ। ਜਿਹੜੇ ਬੱਚੇ ਦੀ ਕਲਾਸਿਸ ਜਿਨ੍ਹਾਂ 'ਚ ਪ੍ਰਬੰਧ ਵਧੀਆ ਨੇ ਉੱਥੇ ਬੱਚਿਆਂ ਦੀ ਜਿਹੜੀ ਸਿੱਖਣ ਪ੍ਰਕਿਰਿਆ ਉਹ ਵੀ ਵਧੀਆ ਤਰ੍ਹਾਂ ਹੁੰਦੀ ਅਤੇ ਬੱਚੇ ਮਨ ਲਗਾ ਕੇ ਸਿੱਖਦੇ ਵੀ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਲਾਸ ਹਰ ਬੱਚੇ ਨੂੰ ਇੱਕ ਵਧੀਆ ਐਜੂਕੇਸ਼ਨ ਦਿੱਤੀ ਜਾਵੇ ਅਤੇ ਜ਼ਰੂਰੀ ਹੈ ਕਿ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਜਾਂ ਜਿਵੇਂ ਆਪਾਂ ਕਹਿੰਦੇ B.Ed ਕਾਲਜਸ ਵਿੱਚ ਵੀ ਕਲਾਸਰੂਮ ਮੈਨੇਜਮੈਂਟ ਦੇ ਉੱਤੇ ਬੱਚਿਆਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਕਿ ਕਲਾਸ ਦਾ ਪ੍ਰਬੰਧ ਕਿਵੇਂ ਕਰਨਾ। ਕਿਉਂਕਿ ਕਈ ਵਾਰ ਬਹੁਤੀ ਵਾਰ ਇੱਕ ਬਹੁਤ ਵਧੀਆ ਟੀਚਰ ਵੀ ਉੱਥੇ ਫੇਲ ਹੋ ਜਾਂਦਾ ਜਿੱਥੇ ਉਹਦਾ ਕਲਾਸਰੂਮ ਦੀ ਜਿਹੜੀ ਮੈਨੇਜਮੈਂਟ ਹੈ ਉਹ ਵਧੀਆ ਨਾ ਹੋਵੇ। So as a good teacher you should know how to manage your classrooms, right? So we'll discuss the approaches of classroom management in our next presentation.